Good morning, students. Open your books on page number 193, chapter number 11, Human Eye and Colorful World. So, next topic 11.4, Dispersion of white light by a glass prism. In our previous video, we will discuss about the refraction through refraction of light through a glass prism. कि glass prism ਦੇ through ਸਾਡੇ ਕੋਲ ਜਿਹੜੀ light ਹੈ how they refract ਕਿ ਕਿਵੇਂ ਸਾਡੇ ਕੋਲ bend ਹੁੰਦੀ ਹੈ. So now we discuss dispersion of white light by a glass prism. So when we fall white light on a prism, what type of phenomena it will show? You must have seen and appreciated the specular colors in the rainbow. ਤੁਸੀਂ rainbow ਦੇਖਿਆ ਜਿਹਦੇ ਸਾਡੇ ਕੋਲ 7 colors almost ਹੁੰਦੇ ਨੇ. So how could the white light of sun gives us various colors of the rainbow? ਕਿਵੇਂ ਸਾਡੇ ਕੋਲ ਜਿਹੜੀ white light ਹੈ sun ਦੀ ਉਹ 7 colors ਦਿੰਦੀ ਹੈ rainbow ਦੇ ਵਿੱਚ. Before we take up this question, we shall first go back to the refraction of light through a prism. ਅਸੀਂ ਜੋ ਪਿਛਲੀ ਐਕਟੀਵਿਟੀ ਕੀਤੀ ਹੈ the inclined refracting surface of a glass prism showing exciting phenomena. ਸੋ ਜਦੋਂ ਅਸੀਂ ਰੈਕਟੈਂਗੂਲਰ ਜਿਹੜਾ ਲੇਟਰਲ ਸਰਫੇਸ ਆ ਉਹਦੇ ਵਿੱਚ ਦੀ ਦੇਖਾਂਗੇ ਤਾਂ ਸਾਡੇ ਕੋਲੇ ਜਿਹੜੇ ਕਲਰਸ ਸਾਨੂੰ ਸ਼ੋ ਹੋਣਗੇ, ਜਿਹੜੀ ਲਾਈਟ ਹੈ ਉਹ ਸਾਡੇ ਕੋਲ ਕਲਰਸ ਦੇ ਵਿੱਚ ਸਪਲਿਟ ਹੁੰਦੀ ਦਿਖਾਈ ਦਿੱਤੂ. ਸੋ ਲੈਟ ਅਸ ਪਰਫਾਰਮ ਐਨ ਐਕਟੀਵਿਟੀ 11.2. Take a thick sheet of cardboard and make a small hole or narrow slit in its middle. ਉਹਦੇ ਵਿਚਾਲੇ ਸਾਡੇ ਕੋਲ ਜਾਂ ਛੋਟਾ ਜਿਹਾ ਹੋਲ ਜਾਂ ਨੈਰੋ ਸਲਿਟ ਰੱਖੋ. ਉਸ ਦੇ ਉੱਪਰ ਸਾਡੇ ਕੋਲ ਜਿਹੜੀ ਹੈਗੀ ਆ ਸਨਲਾਈਟ ਫਾਲ ਕਰੋ ਤਾਂ ਕਿ ਜਿਹੜੀ ਵੀਮ ਆ ਸਾਡੇ ਕੋਲ ਨੈਰੋ ਹੋ ਜਾਵੇ, ਇੱਕ ਸਿੱਧੀ ਵੀਮ ਹੋ ਜਾਵੇ. ਇੱਕ ਗਲਾਸ ਪ੍ਰਿਜ਼ਮ ਲਓ, ਉਹ ਲਾਈਟ ਨੂੰ ਸਲਿਟ ਦੇ ਥਰੂ ਉਹਦੇ ਉੱਪਰ ਜਿਹੜਾ ਫੇਸ ਦੇ ਉੱਪਰ ਫਾਲ ਕਰਵਾਓ, ਜਿਵੇਂ ਆ ਤੁਹਾਡੇ ਕੋਲ ਡਾਇਗਰਾਮ ਦੇ ਵਿੱਚ ਗਿਵਨ ਹੈ. So turn the prism slowly until the light comes out of it appears on the nearby screen. ਜਿਹੜੀ ਸਕਰੀਨ ਤੁਸੀਂ ਰੱਖੀ ਹੈ ਉਹਦੇ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੀ ਰਿਫਰੈਕਟਡ emergent ray ਹੈ. So what do you observe? You will find a beautiful bands of color. Why does this happen? ਆ ਤੁਹਾਡੇ ਕੋਲ 7 ਕਲਰਸ ਦਾ ਜਿਹੜਾ ਬੈਂਡ ਹੈ ਉਹ ਸ਼ੋ ਹੋਊਗਾ ਸਕਰੀਨ ਤੇ. So the prism has probably split the incident white light into band of color. ਜਿਹੜੀ ਪ੍ਰਿਜ਼ਮ ਆ ਉਹਨੇ ਵਾਈਟ ਲਾਈਟ ਨੂੰ ਕਲਰਸ ਦੇ ਵਿੱਚ ਚੇਂਜ ਕਰਤਾ, ਬੈਂਡ ਆਫ ਕਲਰਸ ਦੇ ਵਿੱਚ, ਅਲੱਗ-ਅਲੱਗ ਕਲਰਸ ਦੇ ਵਿੱਚ. ਨੋਟ ਦੀ ਕਲਰਸ ਦੈਟ ਅਪੀਅਰ ਐਟ ਦੀ ਟੂ ਐਂਡਸ ਆਫ ਦੀ ਕਲਰ ਬੈਂਡ. ਜਿਹੜੇ ਦੋਨੋਂ ਐਂਡਸ ਤੇ ਸਾਡੇ ਕੋਲ ਕਲਰ ਨੇ, ਇੱਕ ਪਾਸੇ ਤੁਹਾਡੇ ਕੋਲ ਰੈੱਡ ਹੈ, ਦੂਸਰੇ ਪਾਸੇ ਵਾਇਲਟ ਕਲਰ ਹੈ. ਜਾਨੀ ਇੱਕ ਪਾਸੇ ਤੁਹਾਡੇ ਕੋਲ ਵਾਇਲਟ ਕਲਰ ਦਾ ਐਂਡ ਹੈ, ਦੂਸਰੇ ਪਾਸੇ ਰੈੱਡ ਕਲਰ ਹੈ. ਸੋ ਵਟ ਇਜ਼ ਦਾ ਸੀਕੁਐਂਸ ਆਫ ਕਲਰ on the screen? The various colors seen are violet, indigo, blue, green, yellow, orange, red. This is the order of the colors. So as shown in figure 11.5, the acronym WebGear: violet, indigo, blue, green, yellow, orange, red. ਇਹਦੇ ਤੋਂ ਅਸੀਂ word acronym ਬਣਾਇਆ WebGear, which help us to remember the sequence of color. The band of the colored components of a light beam. ਇਹ ਜਿਹੜੇ 7 ਕਲਰ ਦੇ ਬੈਂਡਸ ਨੇ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਇਟ ਇਜ਼ ਕਾਲਡ ਸਪੈਕਟਰਮ. ਇਟ ਇਜ਼ ਕਾਲਡ ਸਪੈਕਟਰਮ. ਯੂ ਮਾਈਟ ਨਾਟ ਬੀ ਏਬਲ ਟੂ ਸੀ ਆਲ ਦੀ ਕਲਰ ਸੈਪਰੇਟਲੀ. ਇਹ ਅਲੱਗ-ਅਲੱਗ ਨਹੀਂ ਦਿਖਣਗੇ, ਇੱਕ ਦੂਜੇ 'ਚ ਦੇਖੋ ਇੱਥੇ ਮਰਜ ਹੋਏ ਨੇ, ਜਾਣੀ ਕੋਈ ਗੈਪ ਨਹੀਂ ਹੈ ਸਾਡੇ ਕੋਲ ਕਿ ਇੱਕ ਕਲਰ ਸਾਡੇ ਕੋਲ ਖਤਮ ਹੋ ਗਿਆ, ਦੂਸਰੇ ਵਿੱਚ ਇਨ ਬਿਟਵੀਨ ਗੈਪ ਹੈ, ਫਿਰ ਕਲਰ ਸਟਾਰਟ ਹੋ ਰਿਹਾ. ਨੋ, ਇੱਕ ਦੂਜੇ ਦੇ ਵਿੱਚ ਮਰਜ ਹੋਏ ਨੇ, ਜਿਹਦੇ ਕਰਕੇ ਕੰਟੀਨਿਊਸਲੀ ਸਾਡੇ ਕੋਲ ਸਪੈਕਟਰਮ ਸ਼ੋ ਕਰਦਾ ਹੈ. ਸੋ ਯੈਟ ਸਮਥਿੰਗ ਮੇਕਸ ਈਚ ਕਲਰ distant from other, but differentiation ਹੋ ਰਹੀ ਹੈ ਕਿਤੇ ਨਾ ਕਿਤੇ. So the splitting of light into its component colors is called dispersion. ਉਹ phenomena ਜਿਹਦੇ ਚ white light split into bands of color, that is called dispersion. That is called dispersion. You have seen that white light is dispersed into its 7 color components by a prism. So prism ਦੇ ਥਰੂ ਜਦੋਂ ਅਸੀਂ white light ਨੂੰ observe ਕੀਤਾ ਸਕਰੀਨ ਤੇ ਸਾਡੇ ਕੋਲ 7 ਕਲਰਸ ਦਾ ਜਿਹੜਾ ਬੈਂਡ ਹੈ ਉਹ ਆਇਆ. Why do we get these colors? ਕਿਉਂ ਸਾਡੇ ਕੋਲ ਇਹ ਕਲਰ ਓਬਟੇਨ ਹੋਏ? ਡਿਫਰੈਂਟ ਕਲਰਸ ਆਫ ਲਾਈਟ ਬੈਂਡ ਥਰੂ ਅ ਡਿਫਰੈਂਟ ਐਂਗਲ ਵਿਦ ਰਿਸਪੈਕਟ ਟੂ ਇਨਸੀਡੈਂਟ ਰੇ. ਇੱਥੇ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਆ ਇਨਸੀਡੈਂਟ ਰੇ ਹੈ, ਇਹਦੇ ਤੇ ਜਿਹੜੇ ਅਲੱਗ-ਅਲੱਗ ਸਾਡੇ ਕੋਲ ਕਲਰਸ ਨੇ ਅਲੱਗ-ਅਲੱਗ ਐਂਗਲ ਤੇ ਰਿਫਰੈਕਟ ਹੋਏ ਨੇ, ਬੈਂਡ ਹੋਏ ਨੇ ਟੁਵਰਡਸ ਦੀ ਇਨਸੀਡੈਂਟ ਰੇ ਤੋਂ. ਸਾਡੇ ਕੋਲ ਕੋਈ ਜ਼ਿਆਦਾ ਬੈਂਡ ਹੋਇਆ, ਕੋਈ ਘੱਟ. ਜਿਵੇਂ ਵਾਇਲਟ ਹੈ ਸਭ ਤੋਂ ਜ਼ਿਆਦਾ ਬੈਂਡ ਹੋਇਆ, ਰੈੱਡ ਹੈ ਜਿਹੜਾ ਸਭ ਤੋਂ ਘੱਟ ਸਾਡੇ ਕੋਲ ਦੀ ਬੈਂਡਿੰਗ ਹੋਈ ਹੈ. ਸੋ ਦੀ ਰੈੱਡ ਲਾਈਟ ਬੈਂਡਸ ਐਟ ਦੀ ਲੀਸਟ ਵਾਈਲ ਦੀ ਵਾਇਲਟ ਮੋਸਟ. ਜਿਹੜਾ ਵਾਇਲਟ ਕਲਰ ਹੈ ਉਹ ਸਾਡੇ ਕੋਲ ਮੈਕਸੀਮਮ ਜਿਹੜਾ ਹੈਗਾ ਉਹ ਬੈਂਡ ਹੋਇਆ. ਸੋ ਦੀ ਰੇਜ਼ ਆਫ ਈਚ ਕਲਰ ਇਮਰਜ along different paths and thus becomes distant. ਸੋ ਸਾਡੇ ਕੋਲ ਇੱਕ ਦੂਜੇ ਵਿੱਚ ਇਮਰਜ ਨੇ ਬਟ ਡਿਫਰੈਂਟ ਪਾਥ ਆ ਜਿਹਦੇ ਕਰਕੇ ਸਾਡੇ ਕੋਲ ਡਿਫਰੈਂਸ਼ੀਏਸ਼ਲੀ ਅੱਡ-ਅੱਡ ਦਿਖਦੇ. ਸੋ ਇਟ ਇਜ਼ ਦਾ ਬੈਂਡ ਆਫ ਡਿਸਟੈਂਟ ਕਲਰ ਦੈਟ ਵੀ ਸੀ ਇਨ ਅ ਸਪੈਕਟਰਮ. ਸੋ ਅਲੱਗ-ਅਲੱਗ ਕਲਰ ਸਾਡੇ ਕੋਲ ਸੈਪਰੇਟਲੀ ਦਿਖ ਰਹੇ ਨੇ, ਬਟ ਇਹ ਨਹੀਂ ਕਿ ਉਹਨਾਂ ਦੇ ਵਿੱਚ ਕੋਈ ਗੈਪ ਹੈ, ਇਹ ਮਰਜ ਹੋਏ ਹੋਏ ਨੇ ਇੱਕ ਦੂਜੇ ਦੇ ਵਿੱਚ.
Next, Isaac Newton was the first to use a glass prism to obtain the spectrum of sunlight. Newton ने फर्स्ट टाइम है ਜਿਹੜੀ ਪ੍ਰਿਜ਼ਮ यूज़ ਕੀਤੀ ਸੀ ਜਿਹੜੀ ਵਾਈਟ ਲਾਈਟ ਹੈ ਕਿ ਕਿੰਨੇ ਕਲਰਸ ਦੇ ਵਿੱਚ ਸਾਡੇ ਕੋਲ ਸਪਲਿਟ ਹੁੰਦੀ ਹੈ ਸੋ ਸਨਲਾਈਟ ਦੀ ਸੋ ਹੀ ਟਰਾਈਡ ਟੂ ਸਪਲਿਟ ਦੀ ਕਲਰਸ ਆਫ ਸਪੈਕਟਰਮ ਆਫ ਵਾਈਟ ਲਾਈਟ ਫਰਦਰ ਬਾਈ ਯੂਜ਼ਿੰਗ ਅਨਦਰ ਸਿਮਿਲਰ ਪ੍ਰਿਜ਼ਮ ਉਹਨੇ ਸੋਚਿਆ ਕਿ ਜੇ ਵਾਈਟ ਲਾਈਟ ਇੱਕ ਪ੍ਰਿਜ਼ਮ ਦੇ ਥਰੂ ਅਸੀਂ ਪਾਸ ਆਊਟ ਕੀਤੀ ਇਟ ਵਿਲ ਗਿਵ 7 ਕਲਰ ਬੈਂਡਸ ਇਫ ਵੀ ਪਾਸ these 7 ਕਲਰ ਬੈਂਡਸ ਫਰੋਮ ਅਨਦਰ ਪ੍ਰਿਜ਼ਮ what will be happen ਸੋ ਕਹਿੰਦਾ ਜੇ ਹੋਰ ਪ੍ਰਿਜ਼ਮ ਦੇ ਥਰੂ ਇਹ ਜਿਹੜੇ ਕਲਰਸ ਨੇ ਮੈਂ ਫੋਲ ਕਰਵਾਵਾਂ ਜਿਹੜੇ ਆਏ ਨੇ ਸਕਰੀਨ ਤੋਂ ਅੱਗੇ ਫੋਲ ਕਰਾਈਏ ਇਮਰਜੈਂਟ ਰੇਜ਼ ਨੂੰ ਤਾਂ ਕੀ ਹੋਊਗਾ ਸੋ ਹਾਊਐਵਰ ਹੀ ਕੁਡ ਨਾਟ ਗੈਟ ਐਨੀ ਮੋਰ ਕਲਰ ਜਦੋਂ ਨੇ ਇਨਵਰਟ ਇਸ ਟਾਈਪ ਦਾ ਇੱਕ ਪ੍ਰਿਜ਼ਮ ਹੈ ਇਹਨੇ 7 ਕਲਰਸ ਦੇਤੇ ਇੱਥੇ ਤੁਹਾਡੇ ਕੋਲ ਇਹ 7 ਕਲਰਸ ਦੂਸਰੀ ਪ੍ਰਿਜ਼ਮ ਲਈ ਜਿਹੜੀ ਉਹਨੇ ਇਨਵਰਟਡ ਰੱਖੀ ਹੈ ਉਹਦੀ ਇੰਸੀਡੈਂਟ ਰੇ ਬਣੀ ਤੇ ਜਦੋਂ ਰਿਫਰੈਕਟ ਕੀਤੀ ਥਰੂ ਅ ਪ੍ਰਿਜ਼ਮ ਇਟ ਅਗੇਨ ਵੈਨ ਵੀ obtain a white light on the screen so he then placed so he could not get any more colors so he then placed a second identical prism in an inverted position with respect to first prism ਇੱਕ ਪੋਜੀਸ਼ਨ ਇਸ ਤਰ੍ਹਾਂ ਦੂਸਰੀ ਇਨਵਰਟਡ ਰੱਖਤੀ as shown in figure so this allowed all the color spectra to pass through a second prism. He found a beam of white light emerging from the other side of second prism. So screen ਦੇ ਸਾਡੇ ਕੋਲ ਕੀ obtain ਕੀਤਾ ਉਹਨੇ white light. This observation gave Newton the idea that sunlight is made up of 7 colors. ਜਿਹੜੀ sun ਦੀ white light ਸਾਡੇ ਕੋਲੇ ਆ ਰਹੀ ਹੈ that is made up of 7 color bands. ਉਹਦਾ spectrum ਹੈ. So any light that gives a spectrum similar to sunlight is often referred to as white light. ਜਿਹੜੇ ਕੋਈ ਵੀ ਲਾਈਟ ਸਾਡੇ ਕੋਲ 7 ਕਲਰਸ ਦੇ ਵਿੱਚ ਸਪਲਿਟ ਹੁੰਦੀ ਹੈ ਤਾਂ ਉਸ ਤਰ੍ਹਾਂ ਦਾ ਸਪੈਕਟਰਮ ਸ਼ੋ ਕਰਦੀ ਹੈ that is called white light. So a rainbow is a natural spectrum appearing in the sky after rain shower. So ਮੀਂਹ ਪੈਣ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਰੇਨਬੋ ਸਾਨੂੰ ਵਿਜ਼ੀਬਲ ਹੁੰਦਾ ਹੈ ਇਟ ਇਜ਼ ਕਾਜ਼ਡ ਬਾਈ ਡਿਸਪਰਸ਼ਨ ਆਫ ਸਨਲਾਈਟ ਬਾਈ ਟਿਨੀ ਵਾਟਰ ਡ੍ਰੌਪਲੇਟਸ ਪ੍ਰੈਜ਼ੈਂਟ ਇਨ ਦ ਐਟਮੋਸਫੀਅਰ ਮੀਂਹ ਪੈਣ ਤੋਂ ਬਾਅਦ ਸਾਡੇ ਕੋਲ ਜਿਹੜੀ ਰੇਨਬੋ ਸਾਡੇ ਕੋਲ ਦਿਖਦਾ ਵਿਜ਼ੀਬਲ ਹੁੰਦਾ ਹੈ ਵਾਈ ਕਿਉਂਕਿ ਜਿਹੜੀਆਂ ਛੋਟੀਆਂ ਛੋਟੀਆਂ ਵਾਟਰ ਡ੍ਰੌਪਲੇਟਸ ਨੇ ਉਹ ਸਸਪੈਂਡਡ ਹੋ ਜਾਂਦੀਆਂ ਏਅਰ 'ਚ ਵਿਚ ਐਕਟ ਐਜ਼ ਅ ਪ੍ਰਿਜ਼ਮ ਵੈਨ ਵੀ ਸੀ ਇਨ ਦ ਸਕਾਈ ਇਨ ਦ ਆਪੋਜ਼ਿਟ ਡਾਇਰੈਕਸ਼ਨ ਆਫ ਸਨ ਸਾਡੇ ਕੋਲ ਕੀ ਹੈ ਜਿਹੜਾ ਹੈਗਾ ਰੇਨਬੋ ਸਾਨੂੰ ਵਿਜ਼ੀਬਲ ਹੁੰਦਾ ਹੈ So a rainbow is always formed in a direction opposite to the sun. So ਹਮੇਸ਼ਾ opposite direction ਬਣਦਾ ਹੈ ਸੋ ਜਿਹੜੀਆਂ ਵਾਟਰ ਡ੍ਰੌਪਲੇਟਸ ਨੇ ਦੇ ਐਕਟ ਐਜ਼ ਅ ਸਮਾਲ ਪ੍ਰਿਜ਼ਮਸ ਉਹ ਜਿਹੜੀਆਂ ਵਾਟਰ ਡ੍ਰੌਪਲੇਟਸ ਮੀਂਹ ਪੈਣ ਤੋਂ ਬਾਅਦ ਸਸਪੈਂਡਡ ਰਹਿੰਦੀਆਂ ਨੇ ਐਟਮੋਸਫੀਅਰ ਦੇ ਵਿੱਚ ਦੇ ਐਕਟ ਐਜ਼ ਅ ਪ੍ਰਿਜ਼ਮ ਸੋ ਦੇ ਰਿਫਰੈਕਟ ਐਂਡ ਡਿਸਪਰਸ ਦੀ ਇਨਸੀਡੈਂਟ ਸਨਲਾਈਟ ਜਿਹੜੀ ਐਂਡ ਦੈਨ ਰਿਫਲੈਕਟ ਇਟ ਇੰਟਰਨਲੀ ਐਂਡ ਫਾਈਨਲੀ ਰਿਫਰੈਕਟ ਇਟ ਅਗੇਨ ਵੈਟ ਇਟ ਕਮਸ ਆਊਟ ਆਫ ਦੀ ਰੇਨ ਡ੍ਰੌਪ ਸੋ ਪਹਿਲਾਂ ਸਾਡੇ ਕੋਲ ਰਿਫਰੈਕਟ ਹੁੰਦੀਆਂ ਨੇ ਫਿਰ ਡਿਸਪਰਸ ਕਰਦੀਆਂ ਇਨਸੀਡੈਂਟ ਸਨਲਾਈਟ ਨੂੰ ਇੰਟਰਨਲੀ ਉਹ ਰਿਫਰੈਕਟ ਕਰਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਰਿਫਰੈਕਟ ਕਰਕੇ ਫਿਰ ਉਹ ਜਦੋਂ ਰੇਨ ਡ੍ਰੌਪ ਦੇ ਬਾਹਰ ਆਉਂਦੀਆਂ ਨੇ ਸੋ ਡਿਊ ਟੂ ਦਿਸ ਡਿਸਪਰਸ਼ਨ ਆਫ ਲਾਈਟ ਐਂਡ ਇੰਟਰਨਲ ਰਿਫਲੈਕਸ਼ਨ ਇਹ ਦੋ ਫਿਨੋਮੀਨਾਸ ਕਰਕੇ ਡਿਫਰੈਂਟ ਕਲਰਸ ਨੇ ਜਿਹੜੇ ਸਾਡੇ ਆਈਸ ਤੱਕ ਪਹੁੰਚਦੇ ਨੇ ਤੇ ਸਾਨੂੰ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਰੇਨਬੋ ਜਿਹੜਾ ਵਿਜ਼ੀਬਲ ਹੁੰਦਾ ਇਹ ਤੁਹਾਡੇ ਕੋਲ ਸਨਲਾਈਟ ਆ ਰਹੀ ਹੈ ਵਾਟਰ ਡ੍ਰੌਪਲੇਟਸ ਦੇ ਵਿੱਚ ਦੀ ਇੱਥੋਂ ਦੀ ਸਾਡੇ ਕੋਲ ਰਿਫਲੈਕਟ ਹੋਈ ਰਿਫਰੈਕਟ ਸਾਡੇ ਕੋਲ ਇਨਸੀਡੈਂਟ ਰੇ ਹੈ ਇਹ ਰੇਨ ਡ੍ਰੌਪ ਦੇ ਵਿੱਚ ਐਂਟਰ ਕੀਤੀ ਜਿਹਦੇ 'ਚ ਇੰਟਰਨਲ ਰਿਫਲੈਕਸ਼ਨ ਹੋਈ ਹੈ ਇਸ ਐਂਗਲ 'ਤੇ ਫਾਲ ਕੀਤੀ ਹੈ ਰਿਫਲੈਕਟ ਹੋਈ ਉਸ ਤੋਂ ਬਾਅਦ ਰਿਫਰੈਕਟਡ ਰੇ ਜਿਹੜੀ ਸਾਡੇ ਤੱਕ ਪਹੁੰਚ ਰਹੀ ਹੈ ਉਹ ਸਾਡੇ ਕੋਲ ਜਦੋਂ ਅਸੀਂ ਦੇਖਦੇ ਹਾਂ ਤਾਂ ਉੱਪਰ ਨੂੰ ਤਾਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਸਾਡੇ ਕੋਲ ਜਿਹੜਾ ਰੇਨਬੋ ਵਿਜ਼ੀਬਲ ਹੁੰਦਾ clear so you can also see rainbow on a sunny day when you look at the sky through a waterfall or through a water fountain ਜਦੋਂ ਕੋਈ ਫੁਹਾਰਾ ਚੱਲ ਰਿਹਾ ਜਾਂ ਉੱਪਰੋਂ ਪਾਣੀ ਡਿੱਗ ਰਿਹਾ ਉਹਦੇ ਵਿੱਚ ਦੀ ਅਸੀਂ ਉੱਪਰ ਨੂੰ ਦੇਖਦੇ ਹਾਂ ਜਦੋਂ ਸੂਰਜ ਪੂਰਾ ਚਮਕਦਾ ਤਾਂ ਉਸ ਟਾਈਮ 'ਤੇ ਵੀ ਬਿਹਾਈਂਡ ਦੀ ਸਨ ਬਿਹਾਈਂਡ ਜੋ ਤੁਹਾਡੇ ਪਿੱਛੇ ਹੋਊਗਾ ਤਾਂ ਉਹਦੇ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਤੁਹਾਨੂੰ ਜਿਹੜਾ ਰੇਨਬੋ ਆ ਉਹ ਵਿਜ਼ੀਬਲ ਹੋਊਗਾ ਕਲੀਅਰ ਸੋ ਨੈਕਸਟ ਟੋਪਿਕ ਇਜ਼ ਐਟਮੋਸਫੇਅਰ ਰਿਫਰੈਕਸ਼ਨ So you might have observed the apparent random wavering or flickering of object seen through a turbulent stream of hot air rising above fire or a radiator. ਅਸੀਂ ਜਦੋਂ ਕੋਈ ਚੀਜ਼ ਵਾਟਰ ਬੋਇਲ ਕਰ ਰਹੇ ਹਾਂ ਜਾਂ ਸਾਡੇ ਕੋਲ ਰੇਡੀਏਟਰ ਹੈ ਜਾਂ ਕਿਤੇ ਅੱਗ ਲੱਗੀ ਹੋਈ ਉਹਦੇ ਉੱਪਰ ਥੋੜ੍ਹੀ ਜਿਹੀ ਟਰਾਂਸਪੇਰੈਂਟ ਜਿਹੜੇ ਸਾਡੇ ਕੋਲ ਜਿਵੇਂ ਲੱਗਦਾ ਹੁੰਦਾ ਵੀ ਪਾਣੀ ਉੱਡ ਰਹੇ ਹੈ ਉਸ ਟਾਈਪ ਦੀ ਸਾਡੇ ਕੋਲ ਜਿਹੜੀ ਹੌਟ ਏਅਰ ਆ ਉੱਪਰ ਨੂੰ ਜਾ ਰਹੀ ਹੁੰਦੀ ਹੈ ਜਿਹਦੇ 'ਚ ਆਬਜੈਕਟਸ ਨੇ ਜਿਹੜੀਆਂ ਫਲਿਕ ਕਰ ਰਹੀਆਂ ਹੁੰਦੀਆਂ ਨੇ ਜਾਂ ਵੇਵ ਮੋਸ਼ਨ ਦੇ ਵਿੱਚ ਹੁੰਦੀਆਂ ਨੇ ਸੋ ਦੀ ਏਅਰ ਜਸਟ ਅਬਵ ਦੀ ਫਾਇਰ ਬਿਕਮਸ ਹੌਟਰ ਦੈਨ ਏਅਰ ਫਰਦਰ ਅਪ ਕਿਉਂਕਿ ਜਦੋਂ ਕੋਈ ਅੱਗ ਲੱਗੀ ਹੋਈ ਹੈ ਤਾਂ ਜਿਹੜੀ ਉਹਦੇ ਉੱਪਰਲੀ ਏਅਰ ਹੈ ਉਹ ਜ਼ਿਆਦਾ ਗਰਮ ਹੁੰਦੀ ਹੈ ਐਜ਼ ਕੰਪੇਅਰ ਟੂ ਉਸ ਤੋਂ ਉੱਪਰ ਲੇਅਰ ਦੀ ਸੋ ਜਿਹੜੀ ਦੀ ਹੌਟਰ ਏਅਰ ਇਜ਼ ਲਾਈਟਰ
then cooler air above it. So ਜਿਹੜੀ hot air ਹੈ ਉਹ ਸਾਡੇ ਕੋਲ light weight ਹੁੰਦੀ ਹੈ, less density ਹੁੰਦੀ ਹੈ as compared to cool air. So and has a refractive index slightly less than the cooler air. ਤੇ ਜਿਹੜਾ ਉਹਦਾ refractive index ਹੈ ਉਹ cool air ਨਾਲੋਂ ਸਾਡੇ ਕੋਲ ਥੋੜਾ ਜਿਹਾ less ਹੁੰਦਾ ਹੈ. So since the physical condition of refracting medium air are not stationary, so ਜਿਹੜਾ refracting medium ਹੈ ਸਾਡੇ ਕੋਲ air on the basis of physical condition ਉਹ ਸਾਡੇ ਕੋਲ rest positions ਨਹੀਂ ਹੈ, ਉਹਦੇ 'ਚ ਕਿਤੇ ਨਾ ਕਿਤੇ ਵੇਰੀਏਸ਼ਨਸ ਆਉਂਦੀਆਂ ਰਹਿੰਦੀਆਂ. ਸੋ ਇਸ ਕਰਕੇ ਦੀ ਐਪਰੈਂਟ ਪੋਜੀਸ਼ਨ ਆਫ ਆਬਜੈਕਟ ਐਜ਼ ਸੀਨ ਥਰੂ ਦੀ ਹੌਟ ਏਅਰ ਫਲਕਚੁਏਟ, ਜਿਹਦੇ ਕਰਕੇ ਸਾਡੇ ਕੋਲ ਐਕੂਰੇਟ ਪੋਜੀਸ਼ਨ ਜਿਹੜੀ ਹੈਗੀ ਉਹ ਨਹੀਂ ਫਾਈਂਡ ਆਊਟ ਹੁੰਦੀ, ਕਿਉਂਕਿ ਜਿਹੜੀ ਹੌਟ ਏਅਰ ਆ ਉਹ ਮੂਵ ਕਰਦੀ ਹੈ, ਫਲਕਚੁਏਟ ਕਰਦੀ ਹੈ. So this wavering is thus an effect of atmospheric refraction. So ਇਸੇ ਕਰਕੇ ਸਾਡੇ ਕੋਲ ਜਿਹੜਾ ਫਿਨੋਮੇਨਾ ਹੈ ਡਿਊ ਟੂ ਦੀ ਫਿਜ਼ੀਕਲ ਕੰਡੀਸ਼ਨ ਆਫ ਏਅਰ, ਜਿਹੜਾ ਫਿਨੋਮੇਨਾ ਹੈ ਉਹਦੇ 'ਚ ਏਅਰ ਦੇ ਵਿੱਚ ਸਾਡੇ ਕੋਲ ਰਿਫਰੈਕਟ ਹੁੰਦੀ ਹੈ ਲਾਈਟ, ਉਸ ਫਿਨੋਮੇਨੇ ਨੂੰ ਅਸੀਂ ਐਟਮੋਸਫੇਰਿਕ ਰਿਫਰੈਕਸ਼ਨ ਕਹਿੰਦੇ ਹਾਂ. ਰਿਫਰੈਕਸ਼ਨ ਆਫ ਲਾਈਟ ਬਾਈ ਅਰਥਸ ਐਟਮੋਸਫੀਅਰ, ਕਿਉਂਕਿ ਸਟੇਬਲ ਨਹੀਂ ਰਹਿੰਦੀ, ਐਪਰੈਂਟ ਪੋਜੀਸ਼ਨ ਫਾਈਂਡ ਆਊਟ ਨਹੀਂ ਹੁੰਦੀ ਪ੍ਰੋਪਰਲੀ. ਸੋ ਔਨ ਅ ਸਮਾਲ ਸਕੇਲ ਇਨ ਅਰ ਲੋਕਲ ਇਨਵਾਇਰਮੈਂਟ, ਬਹੁਤ ਸਮॉल ਲੈਵਲ 'ਤੇ, ਜਿਵੇਂ ਫਿਨੋਮੇਨਾ ਟਵਿੰਕਲਿੰਗ ਆਫ ਸਟਾਰ ਇਜ਼ ਅ ਸਿਮਿਲਰ ਫਿਨੋਮੇਨਾ ਔਨ ਮਚ ਲਾਰਜਰ ਸਕੇਲ. ਜਿਹੜੇ ਸਟਾਰਸ ਨੇ ਉਹ ਸਾਡੇ ਕੋਲ ਟਵਿੰਕਲ ਕਰਦੇ ਦਿੰਦੇ ਨੇ, ਟਿਮਟਿਮਾਉਂਦੇ ਦਿੰਦੇ ਨੇ. ਸੋ ਲੈਟ ਅਸ ਸਟਾਰਟ ਟਵਿੰਕਲਿੰਗ ਆਫ ਸਟਾਰ. ਦੀ ਟਵਿੰਕਲਿੰਗ ਆਫ ਸਟਾਰ ਡਿਊ ਟੂ ਐਟਮੋਸਫੇਰਿਕ ਰਿਫਰੈਕਸ਼ਨ ਆਫ ਸਟਾਰ ਲਾਈਟ. ਸੋ ਜਿਹੜੀ ਟਵਿੰਕਲਿੰਗ ਹੈ ਸਟਾਰਸ ਦੀ ਉਹ ਐਟਮੋਸਫੇਰਿਕ ਰਿਫਰੈਕਸ਼ਨ ਕਰਕੇ ਦਿੰਦੀ ਹੈ ਸਟਾਰ ਲਾਈਟ ਦੀ. ਸੋ ਦੀ ਸਟਾਰ ਲਾਈਟ ਔਨ ਐਂਟਰਿੰਗ ਦੀ ਅਰਥ ਐਟਮੋਸਫੀਅਰ ਅੰਡਰਗੋ ਰਿਫਰੈਕਸ਼ਨ ਕੰਟੀਨਿਊਸਲੀ. ਸੋ ਜਿਹੜੀ ਸਟਾਰ ਦੀ ਲਾਈਟ ਹੈ ਸਾਡੇ ਕੋਲ ਅਰਥ ਐਟਮੋਸਫੀਅਰ 'ਚ ਪਹੁੰਚਦੀ ਹੈ, ਜਿਹਦੇ ਕਰਕੇ ਉਹ ਬਾਰ-ਬਾਰ ਪਾਰਟੀਕਲਸ ਦੇ ਨਾਲ ਜਿਹੜੇ ਐਟਮੋਸਫੀਅਰ 'ਚ ਪ੍ਰੈਜ਼ੈਂਟ ਨੇ ਬਾਰ-ਬਾਰ ਸਾਡੇ ਕੋਲ ਰਿਫਰੈਕਟ ਕਰਦੀ ਹੈ ਜਦੋਂ ਤੱਕ ਅਰਥ ਤੱਕ ਨਹੀਂ ਪਹੁੰਚਦੀ. ਸੋ ਦੀ ਐਟਮੋਸਫੇਰਿਕ ਰਿਫਰੈਕਸ਼ਨ ਅਕਰ ਇਨ ਅ ਮੀਡੀਅਮ ਗ੍ਰੈਜੂਅਲੀ ਚੇਂਜਿੰਗ ਰਿਫਰੈਕਟਿਵ ਇੰਡੈਕਸ, ਕਿਉਂਕਿ ਕਿਤੇ ਵਾਟਰ ਡ੍ਰੋਪਲੇਟ ਆ ਗਏ, ਕਿਤੇ ਡਸਟ ਪਾਰਟੀਕਲ ਆ ਗਏ, ਜਿਨ੍ਹਾਂ ਦੇ ਰਿਫਰੈਕਟਿਵ ਇੰਡੈਕਸ ਦੇ ਵਿੱਚ ਵੇਰੀਏਸ਼ਨ ਆ ਰਹੀ ਹੈ. ਸੋ ਸੈਂਸ ਦੀ ਐਟਮੋਸਫੀਅਰ ਬੈਂਡ ਸਟਾਰ ਲਾਈਟ ਟੁਵਰਡ ਦੀ ਨੋਰਮਲ, ਜਿਹਦੇ ਕਰਕੇ ਜਿਹੜਾ ਐਟਮੋਸਫੀਅਰ ਆ ਉਹ ਸਟਾਰ ਲਾਈਟ ਨੂੰ ਨੋਰਮਲ ਦੀ ਟੁਵਰਡਸ ਨੋਰਮਲ ਵੱਲ ਨੂੰ ਬੈਂਡ ਕਰ ਦਿੰਦਾ. ਸੋ ਦੀ ਐਪਰੈਂਟ ਪੋਜੀਸ਼ਨ ਆਫ ਸਟਾਰ ਇਜ਼ ਸਲਾਈਟਲੀ ਡਿਫਰੈਂਟ ਫਰੋਮ ਇਟ ਐਕਚੁਅਲ ਪੋਜੀਸ਼ਨ. ਸੋ ਜਿਹੜੀ ਉਹਦੀ ਐਕਚੁਅਲ ਪੋਜੀਸ਼ਨ ਆ ਉਹ ਤੋਂ ਸਾਡੇ ਕੋਲ ਇੱਕ ਡਿਫਰੈਂਟ ਪੋਜੀਸ਼ਨ ਦੇ ਵਿੱਚ ਦਿਖਦੇ ਨੇ. ਸੋ ਦੀ ਸਟਾਰ ਅਪੀਅਰ ਸਲਾਈਟਲੀ ਹਾਇਰ ਅਬਵ ਦੈਨ ਇਟਸ ਐਕਚੁਅਲ ਪੋਜੀਸ਼ਨ, ਉਹ ਉੱਪਰ ਦਿਖਦੇ ਨੇ ਸਾਡੇ ਕੋਲ ਐਕਚੁਅਲ ਪੋਜੀਸ਼ਨ ਨਾਲੋਂ ਵੈਨ ਵਿਊਡ ਨੀਅਰ ਦੀ ਹੋਰੀਜ਼ਨ. ਸੋ ਫਰਦਰ ਦਿਸ ਐਪਰੈਂਟ ਪੋਜੀਸ਼ਨ ਆਫ ਸਟਾਰ ਇਜ਼ ਨਾਟ ਸਟੇਸ਼ਨਰੀ. ਜੇ ਦੁਬਾਰਾ ਦੇਖਾਂਗੇ ਫਿਰ ਸਾਡੇ ਕੋਲ ਚੇਂਜ ਆਊਗੀ. ਉਹ ਕਿਉਂ? because but keeps on changing slightly since the physical condition of earth's atmosphere are not stationary, ਕਿਉਂਕਿ ਪਾਰਟੀਕਲ ਸਾਡੇ ਕੋਲ 에ਅਰ ਦੇ ਵਿੱਚ ਕੀ ਕਰਦੇ ਰਹਿੰਦੇ ਨੇ, ਮੂਵ ਕਰਦੇ ਰਹਿੰਦੇ ਨੇ, ਜਿਹਦੇ ਕਰਕੇ ਜਿੰਨੀ ਵਾਰ ਵੀ ਅਸੀਂ ਉੱਪਰ ਨੂੰ ਦੇਖਾਂਗੇ ਅਲੱਗ-ਅਲੱਗ ਐਂਗਲਸ 'ਤੇ ਸਾਡੇ ਕੋਲ ਜਿਹੜੀ ਹੈ ਰਿਫਰੈਕਸ਼ਨ ਸ਼ੋ ਹੋਊਗੀ. ਸੋ ਸੈਂਸ ਦੀ ਸਟਾਰਸ ਆਰ ਵੈਰੀ ਡਿਸਟੈਂਟ, ਸੋ ਜਿਹੜੇ ਸਟਾਰਸ ਨੇ ਸਾਡੇ ਕੋਲ ਬਹੁਤ ਦੂਰ ਨੇ. ਸੋ ਦੇ ਅਪਰੋਕਸੀਮੇਟ ਪੁਆਇੰਟ ਸਾਈਜ਼ ਸੋਰਸ ਆਫ ਲਾਈਟ, ਸਾਨੂੰ ਲੱਗਦਾ ਕਿ ਪੁਆਇੰਟ ਸਾਈਜ਼ ਨੇ ਬਟ ਹੈ ਬਹੁਤ ਬਿਗ, ਬਟ ਜ਼ਿਆਦਾ ਡਿਸਟੈਂਸ ਹੋਣ ਕਰਕੇ ਸਾਨੂੰ ਪੁਆਇੰਟ ਸਾਈਜ਼ ਦਿਖਦੇ ਨੇ. ਸੋ ਐਜ਼ ਦੀ ਪਾਥ ਆਫ ਰੇਜ਼ ਆਫ ਲਾਈਟ ਕਮਿੰਗ ਫਰੋਮ ਸਟਾਰ ਗੋਜ਼ ਔਨ ਵੇਰਿੰਗ ਸਲਾਈਟਲੀ, ਹੌਲੀ ਹੌਲੀ ਵੇਰੀ ਕਰਦੀ ਹੈ. ਸੋ ਦੀ ਐਪਰੈਂਟ ਪੋਜੀਸ਼ਨ ਆਫ ਦੀ ਸਟਾਰ ਫਲਕਚੁਏਟ, ਜਿਹਦੇ ਕਰਕੇ ਉਹ ਫਲਕਚੁਏਟ ਕਰਦੀ ਹੈ. ਸੋ ਦੀ ਅਮਾਊਂਟ ਆਫ ਸਟਾਰ ਲਾਈਟ entering the eye flickers, the star sometime appears brighter at some other time fainter, which is called twinkling effect. ਕਿਸੇ ਟਾਈਮ ਸਾਡੇ ਕੋਲ ਪੂਰੇ ਚਮਕਦੇ ਦਿੰਦੇ ਨੇ, ਕਿਤੇ ਘੱਟ ਚਮਕਦੇ ਦਿੰਦੇ ਨੇ. ਸੋ that effect is known as twinkling of stars. ਸੋ ਇਹ ਸਾਡੇ ਕੋਲ ਡਿਊ ਟੂ ਐਟਮੋਸਫੇਰਿਕ ਰਿਫਰੈਕਸ਼ਨ, ਕਿਉਂਕਿ ਜਦੋਂ ਸਾਡੇ ਕੋਲ ਲਾਈਟ ਸਟਾਰ ਦੀ ਜਿਹੜੀ ਅਰਥ ਐਟਮੋਸਫੀਅਰ 'ਚ ਐਂਟਰ ਕਰਦੀ ਆ, ਅ ਨੰਬਰ ਆਫ ਪਾਰਟੀਕਲ ਪ੍ਰੈਜ਼ੈਂਟ, ਹੌਟ ਏਅਰ ਔਰ ਕੂਲ ਏਅਰ ਪ੍ਰੈਜ਼ੈਂਟ ਇਨ ਦਾ ਐਟਮੋਸਫੀਅਰ, ਔਰ ਔਨ ਦੀ ਬੇਸਿਸ ਆਫ ਇਨਵਾਇਰਮੈਂਟ ਟੈਂਪਰੇਚਰ ਜਿਹੜੀ ਰਿਫਰੈਕਸ਼ਨ ਆ ਲਾਈਟ ਦੀ ਚੱਲਦੀ ਰਹਿੰਦੀ ਹੈ ਕੰਟੀਨਿਊਸਲੀ. ਉਹ ਰਿਫਰੈਕਟਿੰਗ ਇੰਡੈਕਸ ਵੀ ਜਿਹੜਾ ਹੈਗਾ ਪਾਰਟੀਕਲਸ ਦਾ ਉਹ ਚੇਂਜ ਹੁੰਦਾ ਰਹਿੰਦਾ, ਜਿਹਦੇ ਕਰਕੇ ਸਾਡੇ ਕੋਲ ਜਿਹੜੇ ਸਟਾਰਸ ਨੇ ਕਦੇ ਸਾਨੂੰ ਬ੍ਰਾਈਟ ਦਿਖਦੇ ਨੇ, ਕਦੇ ਫੇਂਟ ਦਿਖਦੇ ਨੇ. ਸੋ ਦੈਟ ਉਹਦੇ ਕਰਕੇ ਸਾਨੂੰ ਲੱਗਦਾ ਕਿ ਸਟਾਰਸ ਕੀ ਕਰਦੇ ਨੇ, ਟਵਿੰਕਲ ਕਰਦੇ ਨੇ. ਸੋ ਵਾਈ ਡੋਂਟ ਪਲੈਨਟਸ ਟਵਿੰਕਲ, ਕਿਉਂ ਪਲੈਨਟਸ ਟਵਿੰਕਲ ਨਹੀਂ ਕਰਦੇ? ਸੋ ਦੀ ਪਲੈਨਟਸ ਆਰ ਮਚ ਕਲੋਜ਼ਰ ਟੂ ਦੀ ਅਰਥ ਐਂਡ ਆਰ ਦਸ ਸੀਨ ਐਜ਼ ਐਕਸਟੈਂਡਡ ਸੋਰਸ. ਸੋ ਜਿਹੜਾ ਸਟਾਰਸ ਦਾ ਡਿਸਟੈਂਸ ਉਹ ਬਹੁਤ ਜ਼ਿਆਦਾ ਦੂਰ ਹੈ, ਬਟ ਜਿਹੜੇ ਪਲੈਨਟਸ ਨੇ ਉਹ ਬਹੁਤ ਨੇੜੇ ਨੇ ਅਰਥ ਐਟਮੋਸਫੀਅਰ ਦੇ. ਸੋ ਇਫ ਵੀ ਕੰਸੀਡਰ ਅ ਪਲੈਨਟ ਐਜ਼ ਅ ਕਲੈਕਸ਼ਨ ਆਫ ਲਾਰਜ ਨੰਬਰ ਆਫ ਪੁਆਇੰਟਸ ਸਾਈਡ ਸੋਰਸ ਆਫ ਲਾਈਟ, ਦੀ ਟੋਟਲ ਵੇਰੀਏਸ਼ਨ ਇਨ ਅਮਾਊਂਟ ਆਫ ਲਾਈਟ ਐਂਟਰਿੰਗ ਆਰ ਆਈ from the all individual point size source will be average out of 0. ਸੋ ਇਸ ਕਰਕੇ ਸਾਡੇ ਕੋਲ ਟਵਿੰਕਲਿੰਗ ਆ ਜਿਹੜੀ ਉਹ ਨਹੀਂ ਕਰਦੇ ਹੈ. ਤਾਂ ਸਾਈਜ਼ ਜ਼ਿਆਦਾ ਹੁੰਦਾ, ਦੂਸਰੇ ਪਾਸੇ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਉਹ ਸਾਡੇ ਕੋਲੇ ਨੇੜੇ ਹੈ ਅਰਥ ਦੇ, ਇਸ ਕਰਕੇ ਜ਼ਿਆਦਾ ਦੂਰ ਨਹੀਂ ਹੈ. ਸੋ ਜੇ ਸਾਡੇ ਕੋਲ ਪੁਆਇੰਟ ਸਾਈਜ਼ ਮੰਨੀਏ ਵੀ ਕਿ ਬਹੁਤ ਜ਼ਿਆਦਾ ਪੁਆਇੰਟ ਸਾਈਜ਼ ਸੋਰਸਸ ਨੇ, ਜੇ ਹੌਲੀ ਹੌਲੀ ਸਾਡੇ ਆਈਜ਼ ਤੱਕ ਜਿਹੜੀ ਇੰਡੀਵਿਜੂਅਲੀ
ਸੋਰਸਸ ਪਹੁੰਚਦੇ ਤਾਂ ਉਹਨਾਂ ਦੀ ਐਵਰੇਜ ਕੈਲਕੂਲੇਟ ਕਰੀਏ ਤਾਂ ਅਪਰੋਕਸੀਮੇਟਲੀ 0 ਹੋਊਗੀ, ਜਿਹਦੇ ਕਰਕੇ ਸਾਡੇ ਕੋਲ ਐਕਚੁਅਲ ਪੋਜੀਸ਼ਨ ਸਾਨੂੰ ਫਾਈਂਡ ਆਊਟ ਹੋਣੀ ਹੈ। ਕਲੀਅਰ? ਸੋ ਦੈਟਸ ਵਾਈ ਡਿਊ ਟੂ ਹੈਵੀ weight ਐਂਡ small size from distance less distance from the अर्थ ਸਰਫੇਸ, ਤੇ ਉਸ ਤੋਂ ਬਿਨਾਂ ਪਲੈਨਟ ਦੀ ਕੋਈ ਲਾਈਟ ਵੀ ਨਹੀਂ ਹੁੰਦੀ ਹੈ। ਕਲੀਅਰ? ਸੋ ਡਿਊ ਟੂ these reasons they are not twinkling, but stars are twinkling due to atmosphere refraction. Clear? If you guys have any doubt up to this topic, you can call me or through message you clarify your doubt. Thank you.